ਗੁਜਰੀ ਮਹਿਲਾ ਪੰਜਵਾਂ। ਚੌਪਦੇ ਘਰ ਦੂਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਿਰਿਆ ਚਾਰ ਕਰੈ ਖਟ ਕਰਮਾ। ਇਤਰਾਤੇ ਸੰਸਾਰੀ। ਅੰਤਰ ਮੈਲ ਨ ਉਤਰੈ ਹਉਮੈ। ਬਿਨ ਗੁਰ ਬਾਜੀ ਹਾਰੀ। ਮੇਰੇ ਠਾਕੁਰ ਰਖ ਲੇਵੋ ਕਿਰਪਾ ਧਾਰੀ। ਕੋਟ ਮਧੇ ਕੋ ਵਿਰਲਾ ਸੇਵਕ। ਹੋਰ ਸਗਲੇ ਬਿਵਹਾਰੀ। ਰਹਾਉ ਸ਼ਾਸਤਰ ਵੇਦ ਸਿਮ੍ਰਿਤ ਸਭ ਸੋਧੇ। ਸਭ ਏਕਾ ਬਾਤ ਪੁਕਾਰੀ। ਬਿਨ ਗੁਰ ਮੁਕਤ ਨ ਕੋ ਪਾਵੈ। ਮਨ ਵੇਖੋ ਕਰ ਵਿਚਾਰੀ। ਅੱਠ ਸੱਠ ਮੱਜਨ ਕਰ ਇਸ਼ਨਾਨਾ। ਬ੍ਰਹਮ ਆਏ ਧਰ ਸਾਰੀ। ਅਨੇਕ ਸੋਚ ਕਰੈ ਦਿਨ ਰਾਤੀ। ਬਿਨ ਸਤਿਗੁਰ ਅੰਧਿਆਰੀ। ਧਾਵਤ ਧਾਵਤ ਸਭ ਜਗ ਧਾਇਓ। ਅਬ ਆਏ ਹਰ ਦੁਆਰੀ। ਦੁਰਮਤ ਮੇਟ ਬੁੱਧ ਪਰਗਾਸੀ। ਜਨ ਨਾਨਕ ਗੁਰਮੁਖ ਤਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਸ਼ਬਦ ਗੁਜਰੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ, ਜਿਸ 'ਚ ਚੌਪਦੇ ਚਾਰ ਪਦੇ ਹਨ ਅਤੇ ਦੂਜੇ ਘਰ ਦੀ ਸੁਰ ਤਾਲ ਵਿੱਚ ਗਾਉਣ ਦੀ ਆਗਿਆ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ ਇਹ ਮੰਗਲਾ ਚਰਨ ਹੈ। ਪਰਮਾਤਮਾ ਇੱਕ ਹੈ, ਸਰਵ ਸ਼ਕਤੀਵਾਨ ਹੈ, ਸਰਵ ਵਿਆਪਕ ਤਥਾ ਸਰਵ ਪ੍ਰਕਾਸ਼ਿਤ ਹੈ ਔਰ ਸੱਚੇ ਗੁਰੂ ਦੀ ਕਿਰਪਾ ਦੁਆਰਾ ਉਸ ਦੀ ਸੋਝੀ ਹੁੰਦੀ। ਹੁਣ ਇਸ ਪਾਵਨ ਸ਼ਬਦ ਦੇ ਅੰਦਰ ਰਹਾਉ ਦੀ ਪੰਕਤੀ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਪ ਬੇਨਤੀ ਕਰਦੇ ਨੇ ਤੇ ਸਾਨੂੰ ਜਾਚ ਸਿਖਾਉਂਦੇ ਨੇ, ਕਿਉਂਕਿ ਜਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ। ਆਪ ਤੇ ਉਹ ਪਰਮਾਤਮਾ ਨਾਲ ਮਿਲੇ ਹਨ, ਉਹ ਸਾਡੇ ਵਰਗੇ ਭੁੱਲਣਾ ਨੂੰ ਵੀ ਜੋੜਦੇ। ਕਹਿੰਦੇ ਨੇ ਭਾਈ, ਤੁਹਾਡੇ ਆਪਣੇ ਯਤਨਾਂ ਨਾਲ ਤੇ ਤੁਹਾਨੂੰ ਕਾਮਯਾਬੀ ਨਹੀਂ ਹੋ ਸਕਦੀ। ਜੇ ਤੁਸੀਂ ਪਰਮਾਤਮਾ ਦੀ ਸ਼ਰਨ ਲੈ ਲਓ ਤੇ ਸ਼ਰਨ ਲੈਣ ਦਾ ਤਰੀਕਾ ਸਭ ਤੋਂ ਵਧੀਆ ਕਿ ਉਹਦੇ ਚਰਨਾਂ ਵਿੱਚ ਅਰਦਾਸ ਕਰੋ। ਮੇਰੇ ਠਾਕੁਰ ਰਖ ਲੇਵੋ ਕਿਰਪਾ ਧਾਰੀ। ਆਖਰੀ ਅਰਥ ਕੋਈ ਬਹੁਤੇ ਔਖੇ ਨਹੀਂ ਹੈ, ਪਰ ਇਸ ਅਵਸਥਾ ਵਿੱਚ ਉਸ ਠਾਕੁਰ ਨੂੰ ਪੁਕਾਰਨਾ, ਆਵਾਹਨ ਕਰਨਾ, ਯਾਦ ਕਰਨਾ, ਅਰਦਾਸ ਕਰਨੀ, ਇਹ ਸਾਡੇ ਲਈ ਮੁਸ਼ਕਲ ਬਣੀ ਹੋਈ। ਪਰ ਗੁਰੂ ਪਾਤਸ਼ਾਹ ਕਹਿੰਦੇ ਤਰੀਕਾ ਤੇ ਇਹੋ ਹੀ ਹੈ। ਜਿਹਦੀ ਕਿਰਪਾ ਤੋਂ ਬਿਨਾਂ, ਬਖਸ਼ਿਸ਼ ਤੋਂ ਬਿਨਾਂ ਇਹ ਕਾਰਜ ਹੋ ਨਹੀਂ ਸਕਦਾ। ਉਹਦੇ ਚਰਨਾਂ ਵਿੱਚ ਅਰਦਾਸ ਤੇ ਕਰਨੀ ਬਾਣਾ ਦੀ। ਹੇ ਮੇਰੇ ਮਾਲਕ, ਹੇ ਮੇਰੇ ਸੁਆਮੀ, ਰੱਖ ਲੇਵੋ, ਸਾਨੂੰ ਬਚਾ ਲਓ। ਕਿਰਪਾਧਾਰੀ, ਆਪਣੀ ਕਿਰਪਾ ਕਰ। ਬੇਅੰਤ ਸ਼ਬਦ ਬਾਣੀ ਵਿੱਚ ਆਉਂਦੇ ਨੇ। ਕਿਰਪਾ ਕਰੋ ਦੀਨ ਕੇ ਦਾਤੇ,
मेरा गुण अवगुण ना विचारो कोई, माटी का क्या धोपै स्वामी, मानस की गत एई। बड़े शब्द ने, शब्द असी जानते भी हैं, पर उस अवस्था में शब्द पढ़ने नहीं आते। एक शब्द है आम तौर पर मैं सुनना, सतगुर आयो सन तुहारी, नहीं, उत्थे सतगुर नूं संबोधन करना, सतगुर आयो शरण तुहारी। शरण विच आउण दा मतलब है सरैंडर करना, हथियार सुट देना, अपनी चतुराई ते सियाणप नूं एक पासे करना, त्याग देना। जिवें गुरु अर्जन देव पातशाह बख्शिश कर रहे, ऐं अरदास करिए, मेरे ठाकुर रख ले वो किरपा धारी। किरपा करके सानू बचा लो। कोट मधे को विरला सेवक। हुण इत्थे कोट दे टैंके नूं सियारी है, जिहदा मतलब है करोड़। मधे का मतलब है विच, करोड़ां विच कोई विरला सेवक है। होर सगले व्यवहारी, होर सारे तो व्यवहार कर रहे, लैण देण की गल हो रही है, सौदेबाजी की गल हो रही है। मैनू आ दे दिओ, मैं आ करांगा, मैनू आ दिओगे, मैं आ करांगा। बस ये व्यवहार है, सब लेवा देवी हो रही। सच्चे मनो कोई सेवक विरलाई। कोट मधे को विरला सेवक, होर सगले व्यवहारी। साडा मतलब किसी ते कोई कटाक्ष करना नहीं, पर गुरु की मत नूं समझना तो जरूरी है। असी अरदास कराउंदे हां, प्रसाद करते हैं, हर गल दे पिछे कोई ना कोई भावना लुकी हुई। बहु गिणती भी तो पाठ असी इसे तरह ही करते कराउंदे हां कि जी मेरा ये काम हो जाए या ये काम हो गया है, बस यही गल, ये व्यवहार है। पर गुरु अर्जुन देव पातशाह कहते भाई सेवक बनने वास्ते ये सारिया चीज़ां एक पासे रखनिया पैन। इत्थे व्यवहार की गल नहीं, लैण देण की गल नहीं। मेरे ठाकुर रख ले वो कृपाधारी। कोट मधे को विरला सेवक, होर सगले व्यवहारी। रहाओ। हुण महाराज अपने इर्द गिर्द विच देखते हैं, जिमें जगत गुरु गुरु नानक पातशाह जी ने जपजी साहिब के आरंभ विच ये गल की कि लोग सुचमता कर रहे ने, लोग वर्त रख रहे ने, लोग होर कई तरह के कर्म कांड कर रहे ने, कोई चुप करके बैठे ने। जे वो चारे पौड़ियां पढ़ लिया जान, सोचै सोच न होवई, जे सोची लख वार। चुपै चुप न होवई, जे लाए रहां लिवतार। भुखियां भुख न उतरी, जे बन्ना पुरियां पहार। सह सियाणपां लख होए, तां इक न चलै नाल। ये चार पंक्तियां विच चार कर्म दस लोग कर रहे हैं। कोई सूक्ष्मता से जोर दे रहा है, कोई चुप करके बैठा है, कोई पदार्थ इकट्ठे करने लगा हो, कोई अपनिया सियाणपां नूं वधाउण ते लगा है। महाराज ने चारे ही कर्म खंडन कर आख्या, इन्हां नाल कदे भी
ਮਨ ਸੁੱਚਾ ਨਹੀਂ ਹੁੰਦਾ, ਭਾਵੇਂ ਲੱਖ ਵਾਰੀ ਕਰ ਲਓ। ਬਾਹਰੋਂ ਚੁੱਪ ਕਰਕੇ ਬਹਿ ਜਾਓ, ਮਨ ਚੁੱਪ ਨਹੀਂ ਕਰਦਾ। ਦੁਨੀਆ ਦੇ ਸਾਰੇ ਪਦਾਰਥ ਇਕੱਠੇ ਕਰ ਲਓ, ਭੁੱਖ ਫਿਰ ਵੀ ਨਹੀਂ ਉਤਰਦੀ। ਕਿਤਨੀਆਂ ਸਿਆਣਪਾਂ ਤੇ ਡਿਗਰੀਆਂ ਲੈ ਲਓ, ਇਹ ਵੀ ਇਸ ਕੰਮ ਵਿੱਚ ਸਹਾਇਤਾ ਨਹੀਂ ਕਰਦਾ। ਫਿਰ ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਭਾਈ ਇਹ ਤੁਰੋਂ ਮਰਿਆਦਾ ਲਿਖੀ ਹੈ, ਉਹਦੇ ਹੁਕਮ ਵਿੱਚ ਚੱਲੋ, ਉਹਦੀ ਰਜ਼ਾ ਵਿੱਚ ਰਾਜ਼ੀ ਰਹੋ। ਫਿਰ ਗੁਰੂ ਪਾਤਸ਼ਾਹ ਨੇ ਰਾਹਾਉ ਦੀ ਪੰਕਤੀ ਵੀ ਸਪਸ਼ਟ ਕਰ, ਮੇਰੇ ਠਾਕੁਰ ਰੱਖ ਲੇਵੋ ਕਿਰਪਾ ਧਾਰੀ। ਕੋਟ ਮਧੇ ਕੋ ਵਿਰਲਾ ਸੇਵਕ, ਹੋਰ ਸਗਲੇ ਬਿਵਹਾਰੀ। ਬਸ ਲੋਕ ਲੈਣ ਦੇਣ ਦੀ ਗੱਲ ਕਰ ਰਹੇ ਨੇ। ਆਓ ਹੁਣ ਵਿਚਾਰ ਕਰੀਏ ਸਾਰੇ ਸ਼ਬਦ। ਕਿਰਿਆ ਚਾਰ ਕਰੈ ਖਟ ਕਰਮਾ। ਕਿਉਂਕਿ ਸਾਡੇ ਦੇਸ਼ ਵਿੱਚ ਧਰਮ ਦੀ ਪਰੰਪਰਾ ਵਿੱਚ ਬਹੁਤ ਸਾਰੇ ਕਰਮ ਲਿਖੇ, ਜਿਨ੍ਹਾਂ ਵਿੱਚੋਂ 6 ਕਰਮ ਮੁੱਖ ਰੱਖੇ ਗਏ। ਹੋਰ ਕਿਰਿਆ ਚਾਰ ਬਹੁਤ ਕੁਝ, ਜਿਵੇਂ ਸੰਧਿਆ ਕਰਨੀ, ਤਰਪਣ ਕਰਨਾ, ਗਾਇਤਰੀ ਮੰਤਰ ਪੜ੍ਹਨਾ। ਇਤਿਹਾਸਕ ਸਾਡਾ ਕੋਈ ਖੰਡਨ ਮੰਡਨ ਦੀ ਗੱਲ ਨਹੀਂ ਹੈ। ਕਈ ਵਾਰੀ ਮੈਂ ਦੇਖਿਆ ਕਿ ਕੁਝ ਲੋਕ ਸੰਕੀਰਣ ਹੁੰਦੇ ਨੇ, ਉਹ ਆਪਣੀ ਛੋਟੀ ਸੋਚ ਦੇ ਨਾਲ ਸੋਚਦੇ ਨੇ, ਫਟ ਕਹਿਣਗੇ ਵੇਖੋ ਜੀ ਇਹ ਸਾਡੇ 'ਤੇ ਅਰੇ ਕਟਾਕਸ਼ ਕੀ ਬਾਤ ਨਹੀਂ, ਗੱਲ ਵਿਚਾਰ ਦੀ ਹੈ। ਗੁਰੂ ਅਰਜੁਨ ਦੇਵ ਪਾਤਸ਼ਾਹ ਫਰਮਾਉਂਦੇ ਨੇ ਕਿ ਅਸੀਂ ਦੇਖਦੇ ਹਾਂ, ਕਿਰਿਆ ਚਾਰ ਕਰੈ ਖਟ ਕਰਮ। ਇਹ ਜਿਹੜਾ ਕਰੈ ਸ਼ਬਦ ਹੈ, ਇਹ ਸੰਧੀ ਦੋਵਾਂ ਨੂੰ ਜੋੜਦਾ। ਭਾਵ ਬਹੁਤ ਸਾਰੀਆਂ ਕਿਰਿਆਵਾਂ ਕਰਮ ਕਾਂਡ ਕਰਦੇ, ਔਰ ਖਟ ਕਰਮ ਜਿਹੜੇ ਵਿਸ਼ੇਸ਼ ਤੌਰ 'ਤੇ ਮਨੂ ਸਿਮਰਤੀ ਦੇ ਮੁਤਾਬਕ ਬ੍ਰਾਹਮਣ ਨੇ ਆਪਣੇ ਲਈ ਨਿਸ਼ਚਿਤ ਕੀਤੇ ਨੇ। ਵਿਦਿਆ ਪੜ੍ਹਨੀ, ਵਿਦਿਆ ਪੜ੍ਹਾਉਣੀ, ਯੱਗ ਕਰਨਾ, ਯੱਗ ਕਰਾਉਣਾ, ਦਾਨ ਦੇਣਾ, ਦਾਨ ਲੈਣਾ। ਇਤਰਾ ਤੇ ਸੰਸਾਰੀ ਇਹਨਾਂ ਕੰਮਾਂ ਵਿੱਚ ਲੱਗੇ ਹੋਏ। ਇਸ਼ਨਾਨ ਕਰਨਾ, ਸੰਧਿਆ ਕਰਨੀ, ਜਪ, ਹੋਮ, ਅਤਿਥੀ ਪੂਜਾ, ਦੇਵ ਪੂਜਾ ਆਦਿ। ਦੁਨੀਆਦਾਰ ਲੋਕ ਇਹਨਾਂ ਕੰਮਾਂ ਵਿੱਚ ਲੱਗੇ ਹੋਏ, ਕਿਉਂਕਿ ਉਹਨਾਂ ਨੂੰ ਇਹੀ ਦਰਸਾਇਆ ਗਿਆ ਕਿ ਜੇ ਤੁਸੀਂ ਇਹ ਕੰਮ ਕਰੋਗੇ ਤੁਹਾਡੀ ਕਲਿਆਣ ਹੋ ਜਾਏਗੀ। ਲੋਕ ਕਰ ਰਹੇ ਹਨ। ਕਿਰਿਆ ਚਾਰ ਕਰੈ ਖਟ ਕਰਮਾ, ਇਤਰਾ ਤੇ ਸੰਸਾਰੀ। ਇਹ ਦੁਨੀਆਦਾਰ ਲੋਕ ਇਹਨਾਂ ਵਿੱਚ ਰੱਤੇ ਹੋਏ ਨੇ, ਰੰਗੇ ਹੋਏ। ਹੁਣ ਮਹਾਰਾਜ ਆਪਣਾ ਫੈਸਲਾ ਦਿੰਦੇ ਨੇ, ਅੰਤਰ ਮੈਲ ਨ ਉਤਰੈ ਹਉਮੈ, ਬਿਨ ਗੁਰ ਬਾਜੀ ਹਾਰੀ। ਜਿਹੜੀ ਅੰਦਰ ਹਉਮੈ ਦੀ ਮੈਲ ਲੱਗੀ ਹੋਈ ਹੈ, ਉਹ ਇਹਨਾਂ ਕਰਮ ਕਾਂਡਾਂ ਦੇ ਕਰਨ ਨਾਲ ਨਹੀਂ ਉਤਰਦੀ, ਸਗੋਂ ਹਉਮੈ ਹੋਰ ਵੱਧ ਜਾਂਦੀ। ਮੈਂ ਇਤਨੀ ਵਾਰੀ ਤੀਰਥਾਂ 'ਤੇ ਗਿਆ, ਮੈਂ ਇਤਨੀ ਵਾਰੀ ਇਹ ਕੀਤਾ, ਮੈਂ ਇਤਨੀ ਵਾਰੀ ਇਹ। ਅੰਤਰ ਮੈਲ ਨਾ ਉਤਰੈ ਹਉਮੈ, ਬਿਨ ਗੁਰ ਬਾਜੀ ਹਾਰੀ। ਬਿਨਾਂ ਗੁਰੂ ਦੇ ਉਪਦੇਸ਼ ਤੋਂ, ਬਿਨਾਂ ਗੁਰੂ ਦੀ ਸਿੱਖਿਆ ਨੂੰ ਮੰਨਣ ਤੋਂ ਬਹੁ ਗਿਣਤੀ ਆਪਣੇ ਜੀਵਨ ਦੀ ਬਾਜੀ ਨੂੰ ਹਾਰ ਰਹੀ। ਮੇਰੇ ਠਾਕੁਰ ਰੱਖ ਲੇਵੋ ਕਿਰਪਾ ਧਾਰੀ। ਕੋਟ ਮਧੇ ਕੋ ਵਿਰਲਾ ਸੇਵਕ, ਹੋਰ ਸਗਲੇ ਬਿਵਹਾਰੀ। ਰਾਉ ਸ਼ਾਸਤਰ वेद सिमृत सब सोधे, सब एका बात पुकारी। खट शास्त्र ਹਨ, 4 वेद ਹਨ,
27 ਸਿਮਰਤੀਆਂ। ਸੋਧੇ ਦਾ ਮਤਲਬ ਇਹਨਾਂ ਸਾਰਿਆਂ ਨੂੰ ਪੜਚੋਲਿਆ ਹੈ, ਵਿਚਾਰਿਆ ਹੈ, ਇਹਨਾਂ ਦੀ ਖੋਜ ਕੀਤੀ। ਸਭ ਏਕਾ ਬਾਤ ਪੁਕਾਰੀ, ਸਭ ਇੱਕ ਜਵਾਨ ਹੋ ਕੇ ਕਹਿ ਰਹੇ ਨੇ, ਬਿਨ ਗੁਰ ਮੁਕਤ ਨ ਕੋ ਪਾਵੈ, ਮਨ ਵੇਖੋ ਕਰ ਵਿਚਾਰੀ। ਭਾਈ ਬਿਨਾ ਗੁਰੂ ਦੇ ਦੱਸੇ ਰਾਹ ਤੋਂ ਕੋਈ ਵੀ ਵਿਕਾਰਾਂ ਤੋਂ ਮੁਕਤ ਨਹੀਂ ਹੋ ਸਕਦਾ, ਇਸ ਹਉਮੈ ਤੋਂ ਨਹੀਂ ਛੁੱਟ ਸਕਦਾ। ਸਭ ਦੀ ਇਹ ਰਾਏ ਹੈ ਭਾਈ ਬਿਨਾ ਗੁਰੂ ਦੇ ਦੱਸੇ ਰਾਹ ਤੇ ਚੱਲਣ ਤੋਂ, ਇਹਨਾਂ ਵਿਕਾਰਾਂ ਤੋਂ, ਇਸ ਹਉਮੈ ਤੋਂ ਮੁਕਤ ਨਹੀਂ ਹੋਇਆ ਜਾ ਸਕਦਾ। ਪਰ ਇਹ ਗੱਲ ਸਮਝ ਤਾਂ ਆਵੇਗੀ, ਮਨ ਵੇਖੋ ਕਰ ਵਿਚਾਰੀ, ਵਿਚਾਰ ਕਰਕੇ ਆਪਣੇ ਮਨ ਵਿੱਚ ਵੇਖਣਾ ਕਰੋ। 68 ਮੱਜਨ ਕਰ ਇਸ਼ਨਾਨਾ, ਬ੍ਰਹਮ ਆਏ ਧਰ ਸਾਰੀ। ਧਰ ਦਾ ਮਤਲਬ ਹੈ ਧਰਤੀ, ਸਾਰੀ ਧਰਤੀ। 68 ਮੱਜਨ, 8 60, 60 ਵਿੱਚ 8 ਜਮ੍ਹਾਂ ਕਰ ਦਿਓ, 68 ਤੀਰਥਾਂ ਤੇ ਇਸ਼ਨਾਨ ਵੀ ਕੀਤਾ। ਔਰ ਬ੍ਰਹਮ ਆਏ ਧਰ ਸਾਰੀ, ਸਾਰੀ ਧਰਤੀ ਉੱਤੇ ਭ੍ਰਮਣ ਕੀਤਾ। ਕਈ ਬੰਦੇ ਇਸ ਗੱਲ ਤੇ ਬੜਾ ਅਪਮਾਨ ਕਰਕੇ ਕਹਿੰਦੇ ਨੇ, ਮੈਂ ਉੱਥੇ ਵੀ ਗਿਆ, ਉੱਥੇ ਵੀ ਗਿਆ। ਕਿਧਰੇ ਨਾ ਕਿਧਰੇ ਹਉਮੈ ਦਾ ਕੰਡਾ ਲੁਕਿਆ ਹੋਇਆ। 68 ਮੱਜਨ ਕਰ ਇਸ਼ਨਾਨਾ, ਬ੍ਰਹਮ ਆਏ ਧਰ ਸਾਰੀ। ਇੱਥੇ ਭ੍ਰਮ ਦਾ ਮਤਲਬ ਹੈ ਭਟਕ ਭਟਕ ਕੇ, ਭੌਂ ਭੌਂ ਕੇ ਆਏ। ਸਾਰੀ ਧਰਤੀ ਉੱਤੇ ਭਟਕ ਭਟਕ ਕੇ ਆਏ। ਅਨੇਕ ਸੋਚ ਕਰੇ ਦਿਨ ਰਾਤੀ, ਬਿਨ ਸਤਿਗੁਰ ਅੰਧਿਆਰੀ। ਅਨੇਕ ਸੋਚ, ਸੋਚ ਦਾ ਮਤਲਬ ਹੈ ਪਵਿੱਤਰਤਾ, ਸੁਚਮਤਾ। ਕਈ ਲੋਕਾਂ ਨੂੰ ਦੇਖਿਆ ਬੜਾ ਧਿਆਨ ਰੱਖਦਾ, ਕਿਸੇ ਦਾ ਕੱਪੜਾ ਨਾ ਛੂ ਜਾਏ, ਕਿਸੇ ਦੇ ਬਰਤਨ ਨੂੰ ਹੱਥ ਨਾ ਲੱਗ ਜਾਏ। ਤੇ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਤੇ ਇਹਨਾਂ ਭਰਮਾਂ ਨੂੰ ਤੋੜਿਆ। ਉਹਨਾਂ ਨੇ ਤਾਂ ਬੜੇ ਬੜੇ ਕਰਮਕਾਂਡੀ ਬ੍ਰਾਹਮਣਾਂ ਨੂੰ ਸਮਝਾਇਆ, ਆਖਿਆ ਤੁਹਾਡੇ ਅੰਦਰ ਜਿਹੜੇ ਸ਼ੂਦਰ ਬੈਠੇ ਨੇ ਉਹਨਾਂ ਦਾ ਕੀ ਇਲਾਜ ਕੀਤਾ। ਬਾਹਰੋਂ ਤੇ ਤੁਸੀਂ ਸੁਚਮਤਾ ਕਰ ਲਈ, ਗੰਗਾ ਦਾ ਇਸ਼ਨਾਨ ਵੀ ਕਰ ਲਿਆ, ਕੱਪੜੇ ਵੀ ਧੋ ਕੇ ਪਾ ਲਏ, ਹੋਰ ਵੀ ਤੁਸੀਂ ਕਈ ਕਰਮ ਕਾਂਡ ਕਰ। ਪਰ ਯਾਦ ਰੱਖੋ, ਕਬੁੱਧ ਢੂਮਣੀ ਕੁਦਇਆ ਕਸਾਇਨ, ਪਰ ਨਿੰਦਾ ਕੱਢ ਚੂੜੀ, ਮੁੱਠੀ ਕ੍ਰੋਧ ਚੰਡਾਲ। ਕਾਰੀ ਕੱਢੀ ਕਿਆ ਥੀਐ, ਜਾਂ ਚਾਰੇ ਬੈਠੀਆਂ ਨਾਲ। ਖੋਟੀ ਬੁੱਧ ਰੂਪੀ ਮਰਾਸਣ ਤੁਹਾਡੇ ਅੰਦਰ, ਜੀਵਾਂ ਉੱਤੇ ਦਇਆ ਨਾ ਕਰਨ ਰੂਪੀ ਕਸਾਇਣ ਤੁਹਾਡੇ ਅੰਦਰ, ਦੂਜਿਆਂ ਦੀ ਨਿੰਦਿਆ ਕਰਨੀ ਰੂਪੀ ਚੂੜੀ ਤੁਹਾਡੇ ਅੰਦਰ, ਤੇ ਕ੍ਰੋਧ ਰੂਪੀ ਚੰਡਾਲ ਚੂੜਾ ਤੁਹਾਨੂੰ ਚੰਬੜਿਆ ਹੋਇਆ। ਇਹਨਾਂ ਬਾਹਰੋਂ ਕੀਤੇ ਹੋਏ ਇਸ਼ਨਾਨ ਦਾ ਤਥਾ ਗਊ ਦੇ ਗੋਬਰ ਨਾਲ ਚੌਕਾ ਦੇ ਕੇ ਸੁੱਚਾ ਹੁੰਦਾ, ਇਹ ਤੁਸੀਂ ਕਰ ਰਹੇ, ਇਹਦਾ ਕੀ ਲਾਭ। ਤੋ ਗੱਲ ਤਾਂ ਇਹ ਹੈ ਕਿ ਅੰਦਰ ਦੀ ਮੈਲ ਕਿਵੇਂ ਦੂਰ ਹੋ। 68 ਮੱਜਨ ਕਰ ਇਸ਼ਨਾਨਾ, ਬ੍ਰਹਮ ਆਏ ਧਰ ਸਾਰੀ। ਅਨੇਕ ਸੋਚ ਕਰੈ ਦਿਨ ਰਾਤੀ, ਬਿਨ ਸਤਿਗੁਰ ਅੰਧਿਆਰੀ। ਬਿਨਾ ਗੁਰੂ ਦੇ ਦੱਸੇ ਮਾਰਗ ਤੇ ਚੱਲਿਆ ਸਾਰੇ ਪਾਸੇ ਅੰਧੇਰਾ ਹੀ ਅੰਧੇਰਾ, ਕੋਈ ਸਮਝ ਨਹੀਂ ਆਵੇ। ਇਸ ਲਈ ਚੌਥੇ ਪਦ ਵਿੱਚ ਮਹਾਰਾਜ ਫਿਰ ਨਿਚੋੜ ਕਰਦੇ, ਧਾਵਤ ਧਾਵਤ ਸਭ ਜਗ ਧਾਇਓ। ਧਾਵਤ ਦਾ ਮਤਲਬ ਹੈ ਦੌੜਦਿਆਂ, ਭਟਕਦਿਆਂ, ਭੌਂਦਿਆਂ, ਸਾਰਾ ਜਗਤ ਪਾਉਂਦੇ। ਕਈ ਬੰਦੇ ਬੜੇ ਫਖਰ ਨਾਲ ਕਹਿਣਗੇ, ਮੈਂ ਇੰਨੀ ਕੰਟਰੀਆਂ 'ਚ ਆਇਆ ਜੀ,
मैं इन्हें देश चाहे, मैं सारी दुनिया जाए। धावत धावत सब जग धायो, अब आए हर द्वारी। कुछ ਬਣਿਆ नहीं। अब ਦਾ मतलब ਹੁਣ ਅਸੀਂ ਤੇ ਹਰੀ ਦੇ ਦਰ ਤੇ ਆ ਡਿਗੇ। हे हरि ਸਾਡੇ ਤੇ ਕਿਰਪਾ ਕਰੋ। ਤਥਾ ਜਦੋਂ ਹਰੀ ਦੀ ਸ਼ਰਨ ਵਿੱਚ ਆ ਗਏ, ਗੁਰੂ ਦੀ ਸ਼ਰਨ ਵਿੱਚ ਆ ਗਏ, ਫਿਰ ਕੀ ਹੁੰਦਾ? ਦੁਰਮਤ ਮੇਟ ਬੁੱਧ ਪ੍ਰਗਾਸੀ। ਉਹ ਜਿਹੜੀ ਖੋਟੀ ਮੱਤ ਸੀ ਹਉਮੈ ਵਾਲੀ, ਉਹਨੂੰ ਮੇਟ ਕੇ ਖਤਮ ਕਰ ਦਿੱਤੀ। ਬੁੱਧ ਪ੍ਰਗਾਸੀ, ਬੁੱਧੀ ਵਿੱਚ ਪ੍ਰਕਾਸ਼ ਹੋ ਗਏ। ਭਾਵ ਗੁਰੂ ਨੇ ਮੈਨੂੰ ਸਮਝਾ ਦਿੱਤਾ। ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਦੁਰਮਤ ਮੇਟ ਬੁੱਧ ਪ੍ਰਗਾਸੀ, ਜਨ ਨਾਨਕ ਗੁਰਮੁਖ ਤਾਰੀ। ਨਾਨਕ ਦਾਸ ਜੀ ਫਰਮਾਉਂਦੇ, ਗੁਰਮੁਖ ਤਾਰੀ, ਗੁਰੂ ਦੀ ਸ਼ਰਨ ਵਿੱਚ ਆ ਕੇ, ਗੁਰੂ ਦੀ ਸ਼ਰਨ ਵਿੱਚ ਪੈ ਕੇ, ਗੁਰਮੁਖ ਬਣ ਕੇ, ਜਿਹੜਾ ਗੁਰੂ ਦੇ ਦੱਸੇ ਰਾਹ ਤੇ ਚੱਲਦਾ। ਗੁਰੂ ਨੇ ਤੇ ਬੜਾ ਸੌਖਾ ਤਰੀਕਾ ਦੱਸਿਆ। ਉਹਦੇ ਵਿੱਚ ਕਿਧਰੇ ਵੀ ਆ ਉੱਪਰਲੇ ਕਰਮ ਕਾਂਡਾਂ ਦਾ ਕੋਈ ਜ਼ਿਕਰ ਹੀ ਨਹੀਂ। ਗੁਰੂ ਰਾਮਦਾਸ ਜੀ ਤੇ ਫਰਮਾਉਂਦੇ ਨੇ, ਗੁਰਸਿੱਖ ਮੀਤ ਚਲੋ ਗੁਰ ਚਾਲੀ। ਜੋ ਗੁਰ ਕਹਿ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਤੋ ਜਿਹੜਾ ਗੁਰਮੁਖ ਬਣ ਕੇ ਗੁਰੂ ਦੇ ਦੱਸੇ ਰਾਹ ਤੇ ਚੱਲੇ, ਉਹ ਆਪ ਤੇ ਤਰੇਗਾ ਹੀ, ਹੋਰ ਨਾ ਕਈਆਂ ਨੂੰ ਵੀ ਤਾਰ ਦੇ। ਤੋ ਇਹ ਹੈ ਸ਼ਬਦ ਦੀ ਵਿਚਾਰ। ਫਿਰ ਗੱਲ ਉੱਥੇ ਆਵੇਗੀ, ਅਰਦਾਸ ਕਰਨੀ ਹੈ, ਮੇਰੇ ਠਾਕੁਰ ਰੱਖ ਲੇਵੋ ਕਿਰਪਾ ਧਾਰੀ। ਕੋਟ ਮਧੇ ਕੋ ਵਿਰਲਾ ਸੇਵਕ, ਹੋਰ ਸਗਲੇ ਬਿਉਹਾਰੀ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।